ਚੋਣਾਂ ਦੌਰਾਨ ਗੈਰ ਵਾਜਿਬ ਮੁਫਤ ਸੌਗਾਤਾਂ ਅਤੇ ਵਾਅਦਿਆਂ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਅਰਜ਼ੀ ਦੇ ਵਿੱਚ ਬੇਲੋੜਾ ਲਾਲਚ ਦੇਣ ਵਾਲੇ ਦਲਾਂ ਦਾ ਪਾਰਟੀ ਸਿੰਬਲ ਰੱਦ ਕਰਨ ਦੀ ਮੰਗ। ਅਦਾਲਤ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ। ਕੇਜਰੀਵਾਲ ਉੱਪਰ ਸਿੱਧੂ ਦੀ ਭੱਦੀ ਸ਼ਬਦਾਵਲੀ ਤੇ ਭੜਕੇ ਭਗਵੰਤ ਮਾਨ। ਕਿਹਾ ਇੱਜ਼ਤ ਕਰਵਾਉਣੀ ਹੈ ਤਾਂ ਇੱਜ਼ਤ ਕਰਨੀ ਸਿੱਖੋ, ਹਰ ਕਿਸੇ ਨੂੰ ਤੂੰ ਤੜਾ ਕਰਨਾ ਠੀਕ ਨਹੀਂ। ਪੰਜਾਬ ਚੋਣ ਬਿਗਲ ਫੂਕਣਗੇ ਰਾਹੁਲ ਗਾਂਧੀ। 27 ਜਨਵਰੀ ਨੂੰ ਆਉਣਗੇ ਜਲੰਧਰ। ਵਰਚੁਅਲ ਰੈਲੀ ਦੇ ਜ਼ਰੀਏ ਸੂਬੇ ਦੇ ਲੋਕਾਂ ਨੂੰ ਕਰਨਗੇ ਸੰਬੋਧਨ। ਗੱਠਜੋੜ ਚਕਾਦੀਆਂ ਸੀਟ ਨੂੰ ਲੈ ਕੇ ਕਸ਼ਮਕਸ਼। ਫਤਿਹਜੰਗ ਬਾਜਵਾ ਨੇ ਬੀਜੇਪੀ ਤੋਂ ਬੇਟੇ ਲਈ ਮੰਗੀ ਟਿਕਟ। ਸੀਟ ਤੇ ਮੁੜ ਵਿਚਾਰ ਕਰਨ ਦੀ ਕੀਤੀ ਮੰਗ। ਕਿਹਾ ਕਾਦੀਆਂ ਦੇ ਨਾਲ ਢੀਂਡਸਾ ਧੜੇ ਦਾ ਨਹੀਂ ਕੋਈ ਵਾਸਤਾ। ਪੰਜਾਬ ਸ਼ੁਰੂ ਹੋਇਆ ਨਾਮਜ਼ਦਗੀਆਂ ਭਰਨ ਦਾ ਦੌਰ। ਕੋਵਿਡ ਪ੍ਰੋਟੋਕਾਲ ਦੇ ਤਹਿਤ ਕੀਤੀ ਜਾ ਰਹੀ ਹੈ ਨੋਮੀਨੇਸ਼ਨ। 1 ਫਰਵਰੀ ਤੱਕ ਭਰੇ ਜਾਣਗੇ ਪੇਪਰ। 2 ਨੂੰ ਹੋਵੇਗੀ ਪੜਤਾਲ। ਅਗਾਊਂ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਰੁਖ ਕਰਨਗੇ ਬਿਕਰਮ ਮਜੀਠੀਆ। ਕੱਲ੍ਹ ਹੀ ਹਾਈ ਕੋਰਟ ਨੇ ਰੱਦ ਕੀਤੀ ਸੀ ਅਰਜ਼ੀ। ਅੰਮ੍ਰਿਤਸਰ ਤੇ ਮਜੀਠਾ ਸਮੇਤ ਕਈ ਟਿਕਾਣਿਆਂ ਤੇ ਪੁਲਿਸ ਕਰ ਰਹੀ ਹੈ ਰੇਡ। ਪਟਿਆਲਾ ਦੇ ਕਾਲੀ ਮਾਤਾ ਮੰਦਿਰ 'ਚ ਬੇਅਦਬੀ ਦੀ ਕੋਸ਼ਿਸ਼ ਨੂੰ ਲੈ ਕੇ ਹਿੰਦੂ ਸੰਗਠਨਾਂ ਦੇ ਵਿੱਚ ਰੋਸ। ਪਟਿਆਲਾ ਦੇ ਵਿੱਚ ਕੀਤਾ ਪ੍ਰਦਰਸ਼ਨ। ਬਾਜ਼ਾਰ ਵੀ ਕਰਵਾਏ ਬੰਦ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ। ਗੈਰ ਵਾਜਿਬ ਮੁਫਤ ਸੌਗਾਤਾਂ ਤੇ ਵਾਅਦਿਆਂ ਦੇ ਖਿਲਾਫ ਪਟੀਸ਼ਨ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਅਦਾਲਤ ਨੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਬੀਜੇਪੀ ਆਗੂ ਅਸ਼ਵਨੀ ਉਪਾਧਿਆਏ ਨੇ ਦਰਅਸਲ ਪਟੀਸ਼ਨ ਪਾਈ ਹੈ। ਪਟੀਸ਼ਨ ਦੇ ਵਿੱਚ ਮੁਫਤ ਸੌਗਾਤਾਂ ਵਾਲੇ ਦਲਾਂ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਲਾਲਚ ਦੇਣ ਵਾਲੇ ਦਲਾਂ ਦਾ ਚੋਣ ਨਿਸ਼ਾਨ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਤੇ ਗੈਰ ਵਾਜਿਬ ਮੁਫਤ ਸੌਗਾਤਾਂ ਤੇ ਵਾਅਦਿਆਂ ਦੇ ਖਿਲਾਫ ਪਟੀਸ਼ਨ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਅਦਾਲਤ ਨੇ ਇਸ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਅਦਾਲਤ ਨੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ। ਬੀਜੇਪੀ ਆਗੂ ਅਸ਼ਵਨੀ ਉਪਾਧਿਆਏ ਦੇ ਵੱਲੋਂ ਦਰਅਸਲ ਪਟੀਸ਼ਨ ਪਾਈ ਗਈ ਹੈ। ਪਟੀਸ਼ਨ ਦੇ ਵਿੱਚ ਮੁਫਤ ਸੌਗਾਤਾਂ ਵਾਲੇ ਦਲਾਂ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮੁਫਤ ਸੌਗਾਤਾਂ ਜਿਹੜੀਆਂ ਚੁਣਾਵੀ ਮਾਹੌਲ ਦੇ ਵਿੱਚ ਚੁਣਾਵੀ ਮੌਸਮ ਦੇ ਦਿੱਤੀਆਂ ਜਾਂਦੀਆਂ ਨੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਇਸ ਪਟੀਸ਼ਨ ਦੇ ਜ਼ਰੀਏ ਮੁਫਤ ਸੌਗਾਤਾਂ ਵਾਲੇ ਦਲਾਂ ਤੇ ਪਾਰਟੀਆਂ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਲਾਲਚ ਦੇਣ ਵਾਲੇ ਦਲਾਂ ਦਾ ਚੋਣ ਨਿਸ਼ਾਨ ਰੱਦ ਕੀਤਾ ਜਾਵੇ, ਪਟੀਸ਼ਨ ਦੇ ਜ਼ਰੀਏ ਇਹ ਵੀ ਮੰਗ ਰੱਖੀ ਗਈ ਹੈ ਤੇ ਇਸੇ ਹੀ ਪਟੀਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ, ਜਿਸ ਤੋਂ ਬਾਅਦ ਅਦਾਲਤ ਨੇ ਚੋਣ ਕਮਿਸ਼ਨ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਹੈ। राज्य सरकारें कर्ज में डूबी हुई हैं और राजनीतिक पार्टियां रेवड़ी बांट रही हैं। पंजाब के प्रत्येक निवासी के ऊपर लगभग 1 लाख का कर्जा है। कोई कह रहा हम 1000 रुपए हर महीने देंगे, कोई कह रहा हम 2000 रुपए देंगे, कोई कह रहा हम स्कूटी देंगे। सब वादे करते जा रहे, आखिर पैसा आएगा कहां से? बर्बाद हो जाएगा ऐसे तो देश। इसीलिए मैंने सुप्रीम कोर्ट में PIL फाइल किया था और हमने मांग किया है कि जो राजनीतिक पार्टियां इस तरीके से अनाप शनाप वादे कर रही हैं, ये अपने आप में एक भ्रष्टाचार है, ये ब्राइबरी है, ये घूस है। इसको बंद करने के लिए कानून बनाया जाए और इलेक्शन कमीशन उन पार्टियों की मान्यता रद्द करे जो इस तरीके की वादा करती हैं। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਬਿਕਰਮ ਮਜੀਠੀਆ ਦੀ। ਹੁਣ ਮਜੀਠੀਆ ਸੁਪਰੀਮ ਕੋਰਟ ਦਾ ਰੁਖ ਕਰਨਗੇ। ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਮਜੀਠੀਆ ਦੇ ਵੱਲੋਂ ਚੁਣੌਤੀ ਦਿੱਤੀ ਜਾਵੇਗੀ। ਦਰਅਸਲ ਕੱਲ ਹਾਈ ਕੋਰਟ ਨੇ ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਮਜੀਠੀਆ ਦੇ ਖਿਲਾਫ ਪੁਲਿਸ ਦੇ ਵੱਲੋਂ ਪਿਛਲੇ ਦਿਨਾਂ ਦੇ ਦੌਰਾਨ ਹੀ ਡਰੱਗ ਕੇਸ ਦੇ ਵਿੱਚ FIR ਦਰਜ ਕੀਤੀ ਗਈ ਹੈ। ਪੰਜਾਬ ਪੁਲਿਸ ਮਜੀਠੀਆ ਦੇ ਟਿਕਾਣਿਆਂ ਤੇ ਲਗਾਤਾਰ ਰੇਡ ਵੀ ਕਰ ਰਹੀ ਹੈ। ਹਾਲਾਂਕਿ ਮਜੀਠੀਆ ਤੇ ਗ੍ਰਿਫਤਾਰੀ ਦੀ ਤਲਵਾਰ ਵੀ ਲਟਕ ਰਹੀ ਹੈ ਤੇ ਇਸ ਦੇ ਵਿਚਾਲੇ ਇਹ ਖਬਰ ਹੈ ਕਿ ਹੁਣ ਬਿਕਰਮ ਮਜੀਠੀਆ ਸੁਪਰੀਮ ਕੋਰਟ ਦਾ ਰੁਖ ਕਰਨਗੇ। ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਮਜੀਠੀਆ ਵੱਲੋਂ ਚੁਣੌਤੀ ਦਿੱਤੀ ਜਾਵੇਗੀ। ਤੁਸੀਂ ਸਾਰੇ ਭਲੀ ਭਾਂਤੀ ਜਾਣਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਿਆਸੀ ਬਦਲਾਖੋਰੀ ਦੇ ਤਹਿਤ ਸਰਦਾਰ ਬਿਕਰਮ ਸਿੰਘ ਮਜੀਠੀਆ ਉੱਤੇ ਇੱਕ 16 ਸਾਲ ਪੁਰਾਣੇ ਕੇਸ ਦੇ ਵਿੱਚ 10 ਦਿਨਾਂ ਦੇ DGP ਦੇ ਸਾਈਨਾਂ ਹੇਠ ਹਨੇਰੀਆਂ ਰਾਤਾਂ ਦੇ ਵਿੱਚ ਇੱਕ ਝੂਠਾ ਪਰਚਾ ਦਿੱਤਾ ਗਿਆ ਔਰ ਇਸੇ ਕੇਸ ਦੇ ਮੈਰਿਟਸ ਨੂੰ ਦੇਖਦੇ ਹੋਏ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ गिरफ्तारी उत्ते रोक लाई सी और जो
ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਉਹਦੀ ਇਨ ਬਿਨ ਪਾਲਣਾ ਕਰਦੇ ਹੋਏ ਪੰਜਾਬ ਪੁਲਿਸ ਦੇ ਨਾਲ ਕੋਆਪਰੇਟ ਕੀਤਾ। 3 ਵਾਰੀ ਪੰਜਾਬ ਪੁਲਿਸ ਦੀ ਸਿੱਟ ਅੱਗੇ ਪੇਸ਼ ਹੋਏ ਔਰ ਜੋ ਉਹਨਾਂ ਨੇ ਪੁੱਛਿਆ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਵਿਸਥਾਰ ਨਾਲ ਦੱਸਿਆ। ਪਰ ਹੁਣ ਇਸ ਕੇਸ ਦੀ ਪੈਂਡੈਂਸੀ ਦੇ ਦੌਰਾਨ ਸੁਪਰੀਮ ਕੋਰਟ ਨੇ ਜਨਵਰੀ ਦੇ ਵਿੱਚ ਇੱਕ ਨਵੀਂ ਜਜਮੈਂਟ ਦਿੱਤੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਐਨਡੀਪੀਐਸ ਕੇਸਾਂ ਦੇ ਸੈਕਸ਼ਨ 37 ਦੇ ਵਿੱਚ ਕਿਸੇ ਨੂੰ ਵੀ ਐਂਟੀਸਪੇਟਰੀ ਬੇਲ ਨਾ ਦਿੱਤੀ ਜਾਵੇ ਔਰ ਇਹ ਸਾਰੇ ਹਿੰਦੁਸਤਾਨ ਉੱਤੇ ਲਾਗੂ ਹੋਊਗਾ, ਕਿਉਂਕਿ ਸੁਪਰੀਮ ਕੋਰਟ ਇੱਕ ਸੁਪਰੀਮ ਅਦਾਲਤ ਹੈ, ਇਸ ਲਈ ਸਾਰੀਆਂ ਕੋਰਟਾਂ ਉਹਦੇ ਹੁਕਮ ਨਾਲ ਬੰਨੀਆਂ ਨੇ। ਪਰ ਮੈਂ ਹੈਰਾਨ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਬਿਕਰਮ ਮਜੀਠੀਆ ਸਾਹਿਬ ਦੇ ਘਰ ਰੇਡ ਕਰ ਰਹੀ ਹੈ। ਉਹ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਪਹਿਲਾਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਤਾਂ ਆ ਲੈਣ ਦਿਓ, ਉਹ ਕਾਪੀ ਤਾਂ ਪੜ੍ਹ ਲਓ, ਸਾਨੂੰ ਸਮਾਂ ਦਿੰਦੇ ਨੇ ਨਹੀਂ ਦਿੰਦੇ, ਉਹ ਤੋਂ ਬਾਅਦ ਜਿਹੜੇ ਅੱਗੇ ਆ ਸਿਆਸੀ ਹਥਕੰਡੇ ਨੇ ਇਹ ਉਹ ਤੋਂ ਬਾਅਦ ਵੀ ਕੀਤੇ ਜਾ ਸਕਦੇ ਨੇ। ਅਖਾੜੇ ਦੇ ਵਿੱਚ ਵਾਰ ਪਲਟਵਾਰ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਨਵਜੋਤ ਸਿੰਘ ਸਿੱਧੂ ਨੂੰ ਭਗਵੰਤ ਮਾਨ ਦੇ ਵੱਲੋਂ ਨਸੀਹਤ ਦਿੱਤੀ ਗਈ ਹੈ। ਦਰਅਸਲ ਭਗਵੰਤ ਮਾਨ ਨੂੰ ਸਿੱਧੂ ਦੀ ਤੂੰ ਤੜਾਕ ਚੁਭੀ ਹੈ, ਜਿਸ ਤੋਂ ਬਾਅਦ ਚ ਨਸੀਹਤ ਵੀ ਦੇ ਦਿੱਤੀ ਹੈ। ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਮਾਨ ਨੇ ਨਸੀਹਤ ਦਿੱਤੀ ਹੈ ਕਿ ਇੱਜ਼ਤ ਕਰਵਾਉਣੀ ਹੈ ਤਾਂ ਇੱਜ਼ਤ ਕਰਨੀ ਸਿੱਖੋ। ਸਿੱਧੇ ਤੌਰ ਤੇ ਨਸੀਹਤ ਦਿੱਤੀ ਹੈ, ਪਲਟਵਾਰ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਤੇ। ਦਰਅਸਲ ਜਿਵੇਂ ਕੱਲ ਕੇਜਰੀਵਾਲ ਨੂੰ ਸੰਬੋਧਨ ਕਰਦੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਨਵਜੋਤ ਸਿੰਘ ਸਿੱਧੂ ਦੇ ਵੱਲੋਂ, ਉਸ ਤੋਂ ਬਾਅਦ 'ਚ ਹੁਣ ਬਿਆਨ ਸਾਹਮਣੇ ਆਇਆ ਹੈ ਭਗਵੰਤ ਮਾਨ ਦਾ। ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਇੱਜ਼ਤ ਕਰਵਾਉਣੀ ਹੈ ਤਾਂ ਇੱਜ਼ਤ ਕਰਨੀ ਸਿੱਖੋ। ਸੋ ਭਗਵੰਤ ਮਾਨ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਦਰਅਸਲ ਨਸੀਹਤ ਦਿੱਤੀ ਗਈ ਹੈ। ਭਗਵੰਤ ਮਾਨ ਨੂੰ ਨਵਜੋਤ ਸਿੰਘ ਸਿੱਧੂ ਦੀ ਤੂੰ ਤੜਾਕ ਚੁੱਭੀ ਹੈ, ਜਿਸ ਤਰ੍ਹਾਂ ਦੀ ਸ਼ਬਦਾਵਲੀ ਦੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੱਲ ਵਰਤੋਂ ਕੀਤੀ ਗਈ ਅਰਵਿੰਦ ਕੇਜਰੀਵਾਲ ਨੂੰ ਸੰਬੋਧਿਤ ਕਰਦੇ ਹੋਏ। ਉਸ ਤੋਂ ਬਾਅਦ ਚ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ। ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਜੇਕਰ ਇੱਜ਼ਤ ਕਰਵਾਉਣੀ ਹੈ ਤਾਂ ਇੱਜ਼ਤ ਕਰਨੀ ਸਿੱਖੋ। ਖਾਸ ਤੌਰ ਤੇ ਉਸ ਸ਼ਬਦਾਵਲੀ ਤੇ ਇਤਰਾਜ਼ ਹੈ ਭਗਵੰਤ ਮਾਨ ਨਵਜੋਤ ਸਿੰਘ ਸਿੱਧੂ ਦੀ, ਜੋ ਤੂੰ ਤੜਾਕ ਕਹਿ ਕੇ ਨਵਜੋਤ ਸਿੰਘ ਸਿੱਧੂ ਗੱਲਬਾਤ ਕਰਦੇ ਨੇ, ਚਾਹੇ ਉਹ ਅਰਵਿੰਦ ਕੇਜਰੀਵਾਲ ਨੂੰ ਸੰਬੋਧਿਤ ਕਰਨ ਦੀ ਗੱਲ ਹੋਵੇ, ਜਿਸ ਤੋਂ ਬਾਅਦ ਚ ਭਗਵੰਤ ਮਾਨ ਨੇ ਸਿੱਧੇ ਤੌਰ ਤੇ ਪਲਟਵਾਰ ਕੀਤਾ ਨਵਜੋਤ ਸਿੰਘ ਸਿੱਧੂ ਤੇ ਨਸੀਹਤ ਦਿੰਦੇ ਹੋਏ ਕਿਹਾ ਕਿ ਜੇਕਰ ਇੱਜ਼ਤ ਕਰਵਾਉਣੀ ਹੈ ਤਾਂ ਇੱਜ਼ਤ ਕਰਨੀ ਸਿੱਖੋ। ਜੋ ਤੂੰ ਤੜਾਕ ਸਿੱਧੂ ਦੇ ਵੱਲੋਂ ਕੀਤਾ ਜਾਂਦਾ ਹੈ ਉਸ ਤੇ ਸਖਤ ਇਤਰਾਜ਼ ਜਤਾਇਆ ਭਗਵੰਤ ਮਾਨ ਨੇ। ਉਹ ਸ਼ਬਦਾਵਲੀ ਜਿਹੜੀ ਹੈ ਚੁਭੀ ਹੈ ਭਗਵੰਤ ਮਾਨ ਨੂੰ, ਜਿਸ ਤੋਂ ਬਾਅਦ ਜੀ ਭਗਵੰਤ ਮਾਨ ਨੇ ਇਹ ਜਵਾਬ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਨੂੰ ਕਿ ਜੇਕਰ ਇੱਜ਼ਤ ਕਰਵਾਉਣੀ ਹੈ ਤਾਂ ਇੱਜ਼ਤ ਕਰਨੀ ਸਿੱਖੋ। ਕੱਲ ਦਾ ਦਿਨ ਨਵਜੋਤ ਸਿੱਧੂ ਮੈਨੂੰ ਲੱਗਿਆ ਵੀ ਉਹਦੇ ਕੋਲ ਹੋਰ ਕੋਈ ਵਿਸ਼ਾ ਹੈ ਨਹੀਂ ਸੀ, ਚਲੋ ਕਹਿੰਦੇ ਭਗਵੰਤ ਮਾਨ ਤੇ ਬੋਲ ਲੈਣੇ ਅੱਜ। ਉਹ ਆਪਣੇ ਆਪ ਨੂੰ ਡਿਕਲੇਅਰ ਕਰਾ ਲੈਣ। ਪਹਿਲਾਂ ਉਹੀ ਕਹਿੰਦੇ ਸੀ ਇਹ ਸੀ ਇਹਨਾਂ ਦਾ ਕੌਣ ਹੈ, ਔਰ ਜਿਸ ਤਰ੍ਹਾਂ ਦੀ ਲੈਂਗੁਏਜ ਵਰਤੀ ਜਾ ਰਹੀ ਹੈ ਨਾ, ਓਏ ਉਹ ਫਲਾਨਿਆ, ਓਏ ਤੂੰ ਪੱਤਰਕਾਰਾਂ ਨੂੰ ਵੀ ਤੂੰ ਕਰੇਗਾ ਕੰਮੋਂ ਨਹੀਂ। ਸਾਰੇ ਰਿਸਪੈਕਟ ਭਾਲਦੇ ਆ, ਇੱਜ਼ਤ ਕਰਾਉਣੀ ਹੈ ਤਾਂ ਇੱਜ਼ਤ ਕਰਨੀ ਸਿੱਖੋ। ਸੋ ਤੂੰ ਤੜਾਕ ਵਾਲੀ ਜਿਹੜੀ ਸ਼ਬਦਾਵਲੀ ਹੈ ਉਹ ਵੀ ਗਲਤ ਹੈ। ਔਰ ਸਿੱਧੂ ਸਾਹਿਬ ਰਾਹੁਲ ਗਾਂਧੀ ਨੂੰ, ਪ੍ਰਿੰਕਾ ਜੀ ਨੂੰ ਜਾਂ ਸੋਨੀਆ ਜੀ ਨੂੰ ਕਹਿ ਕੇ ਆਪਦਾ ਸਰਵੇ ਆਪ ਕਰਾਉਣ ਆਪਦੀ ਪਾਰਟੀ ਵੱਲੋਂ, ਸਾਡੀ ਪਾਰਟੀ ਦੇ ਇੰਟਰਨਲ ਮਾਮਲਿਆਂ 'ਚ ਦਖਲ ਨਾ ਦੇਣ। ਦਰਅਸਲ ਕੱਲ ਪ੍ਰੈਸ ਕਾਨਫਰੰਸ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕੇਜਰੀਵਾਲ ਨੂੰ ਤੂੰ ਤੜਾਕ ਕਰਕੇ ਸੰਬੋਧਿਤ ਕੀਤਾ ਸੀ, ਤਾਂ ਹੁਣ ਇਹੀ ਤੂੰ ਤੜਾਕ ਭਗਵੰਤ ਮਾਨ ਨੂੰ ਚੁੱਭ ਗਈ ਹੈ ਤੇ ਸਿੱਧੂ ਨੂੰ ਨਸੀਹਤ ਦੇ ਦਿੱਤੀ। ਫ੍ਰੀ ਨੰਬਰ ਫਿਰ ਵੀ ਕੋਈ ਹੋਲਡ ਕਰ ਸਕਦਾ ਮਾੜਾ ਮੋਟਾ, ਲੇਕਿਨ ਇੰਨਾ ਨਹੀਂ ਕਰ ਸਕਦਾ। ਉਹਦੇ ਤੋਂ ਤੁਸੀਂ ABCD ਪਾ ਦਿੰਦੇ ਹੋ। ਮੰਗਦੇ ਤੁਸੀਂ ਆਮ ਆਦਮੀ ਪਾਰਟੀ ਦੇ ਹੋ ਤੇ ਆਂਦਾ ਨਵਜੋਤ ਸਿੱਧੂ ਦਾ ਨਾਮ ਹੈ। ਇਹ ਕਿਉਂ ਬਈ? ਮਤਲਬ ਇਹੋ ਜਿਹਾ ਬੇਵਕੂਫ ਬੰਦਾ ਨਹੀਂ ਮੈਂ ਦੇਖਿਆ, ਐਡਾ ਘਟੀਆ ਹੈ। ਭਾਈ ਅਸੀਂ ਜੇ ਕਹਾਂਗੇ ਵੀ ਕਾਂਗਰਸ ਦਾ ਮੁੱਖ ਮੰਤਰੀ ਚੁਣਨਾ ਹੈ, ਉੱਥੇ ਇਹਨਾਂ ਲੰਡੂਆਂ ਦਾ ਨਾਮ ਆਊ ਹੈ? ਕਿਉਂ ਆਊ? ਜਦੋਂ ਮੰਗ ਰਹੇ ਕਾਂਗਰਸ ਦੇ ਬੰਦੇ ਦਾ ਤੇ ਮਤਲਬ बेगानी शादी में केजरी दीवाना है, थोथा चना बाजे घना।
ਮਤਲਬ ਤੁਸੀਂ ਦੇਖੋ ਇਸ ਬੰਦੇ ਦੀ ਘਟੀਆਪਨ, ਇਹ ਤਾਂ ਹੀ ਪੰਜਾਬ ਦੇ ਵਿੱਚ ਠੁਕਿਆ। ਇਹ ਸੀ ਇਹਨਾਂ ਦਾ ਕੌਣ ਹੈ, ਔਰ ਜਿਸ ਤਰ੍ਹਾਂ ਦੀ ਲੈਂਗੁਏਜ ਵਰਤੀ ਜਾ ਰਹੀ ਹੈ ਨਾ, ਓਏ ਉਹ ਫਲਾਨਿਆ, ਓਏ ਤੂੰ ਪੱਤਰਕਾਰਾਂ ਨੂੰ ਵੀ ਤੂੰ ਕਰੇਗਾ ਕਮੋਨ ਯਾਰ। ਸਾਰੇ ਰਿਸਪੈਕਟ ਭਾਲਦੇ ਆ, ਇੱਜ਼ਤ ਕਰਾਉਣੀ ਹੈ ਤਾਂ ਇੱਜ਼ਤ ਕਰਨੀ ਸਿੱਖੋ। ਸੋ ਤੂੰ ਤੜਾਕ ਵਾਲੀ ਜਿਹੜੀ ਸ਼ਬਦਾਵਲੀ ਹੈ ਉਹ ਵੀ ਗਲਤ ਹੈ। ਔਰ ਸਿੱਧੂ ਸਾਹਿਬ ਰਾਹੁਲ ਗਾਂਧੀ ਨੂੰ, ਪ੍ਰਿੰਕਾ ਜੀ ਨੂੰ ਜਾਂ ਸੋਨੀਆ ਜੀ ਨੂੰ ਕਹਿ ਕੇ ਆਪਦਾ ਸਰਵੇ ਆਪ ਕਰਾਉਣ, ਆਪਦੀ ਪਾਰਟੀ ਵੱਲੋਂ ਸਾਡੀ ਪਾਰਟੀ ਦੇ ਇੰਟਰਨਲ ਮਾਮਲਿਆਂ 'ਚ ਦਖਲ ਨਾ ਦੇਣ। ਇਸ ਤੋਂ ਪਹਿਲਾਂ ਨਿਊਜ਼ 18 ਪੰਜਾਬ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਤੂੰ ਤੜਕ ਬਾਰੇ ਸਵਾਲ ਕੀਤਾ ਸੀ, ਉਹ ਵੀ ਤੁਸੀਂ ਸੁਣੋ ਕਿ ਸਿੱਧੂ ਨੇ ਅੱਗੋਂ ਜਵਾਬ ਕੀ ਦਿੱਤਾ। ਕਹਿਤਾ ਸਿੱਧੂ ਸਾਹਿਬ ਇੱਕ ਥੋੜਾ ਜਿਹਾ ਸਵਾਲ, ਬਹੁਤ ਸਾਰੇ ਲੋਕ, ਇੱਕ ਲਾਸਟ ਇੰਟਰਵਿਊ ਤੁਹਾਡੇ ਨਾਲ ਹੋਈ ਸੀ, ਹਾਂਜੀ ਬਹੁਤ ਸਾਰੀਆਂ ਹੋਰ ਇੰਟਰਵਿਊਜ਼ ਦੇਖੀਆਂ, ਉਸ ਤੋਂ ਬਾਅਦ ਮੈਨੂੰ ਬੜੀ ਲੋਕਾਂ ਦੀ ਕਾਲਸ ਆਈਆਂ। ਹਾਂਜੀ। ਤੁਸੀਂ ਤੂੰ ਤੜਾਕ ਬਹੁਤ ਕਰਦੇ ਹੋ, ਅੱਛਾ, ਕੈਪਟਨ ਨੂੰ ਤੂੰ, ਕੇਜਰੀਵਾਲ ਨੂੰ ਭਾਈ, ਤੂੰ, ਪੱਤਰਕਾਰਾਂ ਨੂੰ ਮੈਂ ਤੂੰ, ਕਹਿਣਾ- ਨਿਆਣੇ ਨੂੰ ਤੂੰ, ਨਿੱਕੇ ਨੂੰ ਤੂੰ, ਵੱਡੇ ਨੂੰ ਤੂੰ। ਸੁਣ ਲੈ, ਕਿਉਂ? ਬਾਬੇ ਨਾਨਕ ਨੇ ਰੱਬ ਨੂੰ ਤੂੰ ਕਹਤਾ। ਅਸੀਂ ਤਾਂ ਬਾਬੇ ਨੂੰ ਬਾਬੇ ਨਾਨਕ ਨੇ ਪੰਜਾਬ ਮੇਰੀ ਗੱਲ ਨੂੰ- ਅਲੱਗ ਤਰੀਕੇ ਨਾਲ ਹੁੰਦਾ। ਭਾਈ ਮੈਂ ਕਹਿੰਦਾ ਜੱਟਾਂ ਦੀ ਬੋਲੀ ਉਹ ਹੈ ਜੀ ਹੈ, ਉਹ ਚਾਹ ਵੀ ਕਿਵੇਂ ਆ ਇੰਨੀ ਤੂੰ? ਖੜੀ ਬੋਲੀ ਹੈ। ਮੈਂ ਕਿਹਾ ਜੋ ਹੁਣ ਮੈਂ ਆਪਣੇ ਨੇਚਰ ਇਹ ਬਾਕੀ ਬਾਰੇ ਨਹੀਂ ਕਹਿੰਦੇ ਨਾ ਲੋਕ। ਜੇ ਭੇੜੀਏ ਦੇ ਦੰਦ ਵੀ ਟੁੱਟ ਜੇ ਉਹ ਮੀਟ ਖਾਣਾ ਛੱਡ ਦੂ ਹੈ ਭਾਈ। ਜੋ ਸਾਡੀ ਫਿਤਰਤ ਹੈ ਉਦਾਂ ਤੈਨੂੰ ਚੰਗਾ ਲੱਗੇ ਚੰਗਾ, ਪਰ ਇਹ ਤਾਂ ਨਹੀਂ ਹੈ ਵੀ ਐ ਕਰਕੇ ਸਾਡੇ ਦਿਲ 'ਚ ਕੁਝ ਹੋਰ ਹੈ, ਐ ਜੇ ਕਰਕੇ ਪਿਆਰੇ ਬਾਬੂ, ਪਿਆਰੇ ਬੇਟਾ, ਲਾਲ ਰੁਮਾਲ, ਇਹ ਉਹ ਕਰਕੇ ਹੈ, ਤੇ ਬਾਹਰੋਂ ਜਾ ਕੇ ਤੇਰੇ ਪਿੱਠ ਪਿੱਛੇ ਛੁਰਾ ਮਾਰੂ। ਇਹ ਬਨਾਵਟੀ ਬੰਦਾ ਨਹੀਂ ਹੈ ਸਿੱਧੂ, ਮੁਖੌਟੇ ਵਾਲਾ ਨਹੀਂ ਹੈ ਸਿੱਧੂ। ਜੋ ਹੈ ਸੋ ਹੈ, ਜੋ ਦਿਲ 'ਚ ਹੈ, ਜੋ आत्मा 'ਚ है वो बाहर है। उबलते दूध का उबाला रोकने वाला, फिर ना कहना सिद्धू ने शेर नहीं सुनाया, उबलते दूध का उबाला रोकने वालों, सच्चाई को पुलंदे झूठ में झोंकने वालों, मैं सूरज हूं अंधेरा चीर के हर रोज निकलूंगा, मुझे क्या रोक पाओगे उजाला रोकने वालों। ਸੋ ਫਿਲਹਾਲ ਇੱਥੇ ਰੁਕ ਰਹੇ ਹਾਂ ਛੋਟੀ ਜੀ ਬ੍ਰੇਕ ਲਈ, ਜਲਦ ਹਾਜ਼ਰ ਹੁੰਦੇ ਇਸ ਬ੍ਰੇਕ ਤੋਂ ਬਾਅਦ।